ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਸਭ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਪੰਜਾਬੀ ਸਾਹਿਤ ਦੀ ਗੱਲ, ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਸਿੱਖ ਦ੍ਰਿਸ਼ਟੀਕੋਣ ਤੋਂ, ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਕੀਤੀ ਜਾਂਦੀ ਹੈ। ਅੱਜ ਚਲਦੇ ਪ੍ਰਕਰਨ ਦੇ ਵਿੱਚ ਮੈਂ ਆਪ ਸਭ ਦੇ ਨਾਲ ਸਿੱਖ ਫਲਸਫੇ ਦੀ ਗੱਲ ਕਰਨ ਵਾਲੇ, ਸਿੱਖ ਸਿਮਰਨ ਦੀ ਗੱਲ ਕਰਨ ਵਾਲੇ, ਸਾਧਨਾ ਦੀ ਗੱਲ ਕਰਨ ਵਾਲੇ ਔਰ ਗੁਰਮਤਿ ਨੇ ਜੋ ਅਗੰਮ ਨਿਗਮ ਦੀ ਗੱਲ ਕੀਤੀ ਹੈ, ਗੁਰਮਤਿ ਨੇ ਜੋ ਜਾਗਤ ਜੋਤ ਦੀ ਗੱਲ ਕੀਤੀ ਹੈ, ਗੁਰਮਤਿ ਨੇ ਜੋ ਅਧਿਆਤਮਿਕਤਾ ਦੀ ਗੱਲ ਕੀਤੀ ਹੈ, ਉਸ ਦੀ ਗੱਲ ਕਰਨ ਵਾਲੇ ਬੜੇ ਨਾਮਣੇ ਵਾਲੇ ਸਾਧਕ, ਤਪਸਵੀ, ਸਿਮਰਨ ਅਭਿਆਸੀ ਤੇ ਸਾਹਿਤਕਾਰ ਰਘਬੀਰ ਸਿੰਘ ਵੀਰ ਦੀ ਗੱਲ ਕਰਨ ਲੱਗਾ। ਰਘਬੀਰ ਸਿੰਘ ਵੀਰ ਜਿੱਥੇ ਅਧਿਆਤਮਿਕ ਤੌਰ ਦੇ ਉੱਤੇ ਬੜੀ ਵੱਡੇ ਤਪਸਵੀ ਸਨ, ਬੜੇ ਵੱਡੇ ਸਾਧਕ ਸਨ, ਬੜੇ ਨਾਮਣੇ ਵਾਲੇ ਸਿਮਰਨ ਅਭਿਆਸੀ ਸਨ, ਉੱਥੇ ਨਾਲ ਨਾਲ ਦੁਨਿਆਵੀ ਵਿਦਿਆ ਦੇ ਵਿੱਚ ਵੀ ਪਰਪੱਕ ਸਨ। ਉਹ ਆਤਮ ਸਾਇੰਸ ਨਾਂ ਦਾ ਇੱਕ ਮੈਗਜ਼ੀਨ, ਮੰਥਲੀ ਮੈਗਜ਼ੀਨ ਕੱਢਿਆ ਕਰਦੇ ਸਨ ਔਰ ਉਸ ਆਤਮ ਸਾਇੰਸ ਵਾਲੇ ਮੈਗਜ਼ੀਨ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਲਿਖਤਾਂ ਤੇ ਇੰਗਲਿਸ਼ ਦੇ ਵਿੱਚ ਵੀ ਲਿਖਤਾਂ ਹੋਇਆ ਕਰਦੀ ਸਨ। ਆਤਮਾ ਦੀ ਗੱਲ ਕਰਨ ਵਾਲੀਆਂ, ਆਤਮ ਦੀ ਸਾਇੰਸ ਦੀ ਗੱਲ ਕਰਨ ਵਾਲੀਆਂ, ਅੰਦਰਲੀ ਸਾਇੰਸ ਦੀ ਗੱਲ ਕਰਨ ਵਾਲੀਆਂ, ਧਰਮ ਦੀ, ਅਧਿਆਤਮਿਕਤਾ ਦੀ ਸਾਇੰਸ ਦੀ ਗੱਲ ਕਰਨ ਵਾਲੀਆਂ ਲਿਖਤਾਂ ਉਹ 'ਚ ਹੋਇਆ ਕਰਦੀਆਂ ਸਨ। ਔਰ ਰਘਬੀਰ ਸਿੰਘ ਵੀਰ ਜੀ ਨੇ 50 ਤੋਂ ਵਧੇਰੇ ਪੁਸਤਕਾਂ ਵੀ ਲਿਖੀਆਂ, ਕੁਝ ਛੋਟੇ ਕਾਰ ਦੀਆਂ, ਕੁਝ ਵੱਡੇ ਕਾਰ ਦੀਆਂ। ਉਹਨਾਂ ਦੀ ਇੱਕ ਕਿਤਾਬ ਬੜੀ ਮਸ਼ਹੂਰ ਹੈ, ਬੰਦਗੀਨਾਮਾ। ਕੋਈ ਵੀ ਸਿਮਰਨ ਅਭਿਆਸੀ 20ਵੀਂ ਸਦੀ ਦੇ ਵਿੱਚ ਅੱਜ ਵੀ ਜੇ ਕੋਈ ਸਿਮਰਨ ਅਭਿਆਸੀ ਜਿਹਨੇ ਸਿਮਰਨ ਕਰਨਾ ਹੋਵੇ ਤਾਂ ਉਹਦੇ ਲਈ ਉਹ ਕਿਤਾਬ, ਜਿਹਨੇ ਬੰਦਗੀ ਕਰਨੀ ਹੋਵੇ, ਬੰਦਗੀਨਾਮਾ ਕਿਤਾਬ ਅੱਜ ਵੀ ਬੜੀ ਲਾਹੇਵੰਦ ਹੈ। ਉਹ ਆਰੰਭ ਤੋਂ ਗੱਲ ਸ਼ੁਰੂ ਕਰਕੇ ਕਿ ਬੰਦਗੀ ਕਰਨੀ ਕਿੱਦਾਂ ਸ਼ੁਰੂ ਕਰੀਏ, ਬੰਦਗੀ 'ਚ ਮਨ ਕਿੱਦਾਂ ਲੱਗੇ ਔਰ ਆਰੰਭ ਦੀਆਂ ਅਵਸਥਾ ਤੋਂ ਲੈ ਕੇ ਅੰਤਮ ਅਖੀਰਲੀਆਂ ਅਵਸਥਾ ਤੱਕ ਕਿ ਤੁਸੀਂ ਉਸ ਪਰਮਾਤਮਾ ਦੀ ਜੋਤ ਦੇ ਵਿੱਚ ਇੱਕਮਿਕ ਕਿਵੇਂ ਹੋ ਜਾਣਾ ਹੈ, ਉਹ ਸਾਰੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਸਿਮਰਨ ਕਰਦੇ ਹਾਂ, ਸਿਮਰਨ ਅਭਿਆਸੀ ਦੇ ਰਾਹ ਜਿਹੜੀਆਂ ਔਂਕੜਾਂ ਆਉਂਦੀਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ, ਜਿਹੜੇ ਆਨੰਦ ਦੇ ਝਲਕਾਰੇ ਵੱਜਦੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ, ਜਿਹੜੀਆਂ ਰਿੱਧ ਸਿੱਧ ਆ ਕੇ ਭਰਮਾਉਂਦੀਆਂ ਨੇ ਉਹਦਾ ਵੀ ਜ਼ਿਕਰ ਕੀਤਾ ਹੋਇਆ। ਹਰ ਤਰ੍ਹਾਂ ਨਾਲ ਸਿਮਰਨ ਅਭਿਆਸੀ ਨੂੰ ਸੁਚੇਤ ਕੀਤਾ ਹੈ। ਕਿਤਾਬ ਹੈ ਬੰਦਗੀਨਾਮਾ। ਉਸ ਬੰਦਗੀਨਾਮਾ ਦੇ ਵਿੱਚੋਂ ਅੱਜ ਇੱਕ ਚੈਪਟਰ ਉਸ ਦਾ, ਕਿਤਾਬ ਦਾ ਮੈਂ ਆਪ ਨਾਲ ਸਾਂਝਾ ਕਰਨਾ, ਪਰ ਕਰਨਾ ਮੈਂ ਆਪਣੇ ਅੰਦਾਜ਼ ਦੇ ਵਿੱਚ ਹੈ। ਪੂਰੀ ਦੀ ਪੂਰੀ ਗੱਲ ਹੋਏਗੀ ਰਘਬੀਰ ਸਿੰਘ ਵੀਰ ਜੀ ਦੀ, ਪੂਰੀ ਦੀ ਪੂਰੀ ਗੱਲ ਹੋਏਗੀ ਬੰਦਗੀਨਾਮਾ ਕਿਤਾਬ ਦੇ ਉਸ ਚੈਪਟਰ ਦੀ, ਪਰ ਸ਼ਬਦਾਵਲੀ ਸ਼ਾਇਦ ਵਿੱਚ ਥੋੜ੍ਹੀ ਬਾਲੀ ਗੱਲ ਕਰਨ ਲੱਗਿਆ ਮੇਰੀ ਆ ਜਾਵੇ, ਕਿਉਂਕਿ ਜਦੋਂ ਇੱਕ ਕਿਤਾਬ ਤੋਂ, ਚੈਪਟਰ ਤੋਂ ਸ਼ਬਦਾਵਲੀ ਸ਼ਬਦਾਂ 'ਚ ਜਾਂਦੀ ਆ ਤਾਂ ਸ਼ਬਦਾਵਲੀ ਥੋੜ੍ਹੀ ਬਾਲੀ ਬਦਲ ਜਾਇਆ ਕਰਦੀ ਹੈ। ਰਘਬੀਰ ਸਿੰਘ ਵੀਰ ਜੀ ਇਸ ਚੈਪਟਰ ਦੇ ਆਰੰਭ ਦੇ ਵਿੱਚ ਹੀ ਲਿਖਦੇ ਨੇ, ਚੈਪਟਰ ਹੈ ਜਾਗਤ ਜੋਤ ਜਪੈ ਨਿਸ ਬਾਦਸਰ। ਇੱਕ ਸਿਮਰਨ ਕਰਦੇ ਇੱਕ ਅਵਸਥਾ ਦੀ ਜ਼ਿਕਰ ਹੈ ਔਰ ਰਘਬੀਰ ਸਿੰਘ ਵੀਰ ਜੀ ਇਸ ਚੈਪਟਰ ਦੇ ਆਰੰਭ ਦੇ ਵਿੱਚ ਹੀ ਲਿਖਦੇ ਨੇ ਕਿ ਰੂਹਾਨੀ ਇਲਮ ਜਿਹੜਾ ਉਹ ਦੁਨੀਆ ਦੇ ਬਾਕੀ ਸਾਰਿਆਂ ਇਲਮਾਂ ਨਾਲੋਂ ਮੁਸ਼ਕਿਲ ਵੀ ਹੈ, ਪੇਚੀਦਾ ਵੀ ਹੈ ਤੇ ਇਸ ਇਲਮ ਨੂੰ ਸਮਝਣ ਵਾਸਤੇ ਪੂਰੀ ਜ਼ਿੰਦਗੀ ਲਾ ਦੇਣੀ ਪੈਂਦੀ ਹੈ ਜਿੰਨੇ ਸਮਝਣਾ ਹੋਵੇ। ਤੇ ਫਿਰ ਵੀ ਜੇ ਸਮਝ ਆ ਜਾਏ ਤਾਂ ਸਤਿਗੁਰ ਦਾ ਸ਼ੁਕਰਾਨਾ ਕਰਨਾ ਚਾਹੀਦਾ, ਵਾਹਿਗੁਰੂ ਦੀ ਕਿਰਪਾ ਸਮਝਣੀ ਚਾਹੀਦੀ ਹੈ ਜੇ ਸਮਝ ਆ ਜਾਵੇ ਤਾਂ। ਬੰਦਗੀਨਾਮਾ ਕਿਤਾਬ ਦਾ ਚੈਪਟਰ ਹੈ ਜਾਗਤ ਜੋਤ ਜਪੈ ਨਿਸ ਬਾਦਸਰ। ਪਹਿਲੀ ਪੰਕਤੀ ਇਹ ਹੈ ਕਿ ਰੂਹਾਨੀ ਇਲਮ ਦੁਨੀਆ ਦਾ ਸਭ ਤੋਂ ਔਖਾ ਇਲਮ ਹੈ, ਪੇਚੀਦਾ ਇਲਮ ਹੈ। ਪੇਚੀਦਾ ਤੇ ਔਖਾ ਇਸ ਕਰਕੇ, ਮੁਸ਼ਕਿਲ ਇਸ ਕਰਕੇ ਕਿ ਬਾਕੀ ਸਾਰਿਆਂ ਲਈ ਤੁਹਾਨੂੰ ਉਹਦਾ ਕਿਸੇ ਵੀ ਇਲਮ ਦੀ ਤੁਹਾਨੂੰ ਭੌਤਿਕ ਸਾਇੰਸ ਦਿਸ ਪੈਂਦੀ ਹੈ,
ਪਰ ਆਤਮਾ ਦੀ ਭੌਤਿਕ ਸਾਇੰਸ ਨਹੀਂ ਹੁੰਦੀ, ਰੂਹ ਦੀ ਭੌਤਿਕ ਸਾਇੰਸ ਨਹੀਂ ਹੁੰਦੀ, ਭੌਤਿਕ ਢਾਂਚਾ ਨਹੀਂ ਹੁੰਦਾ, ਉਹਦੀ ਤਾਂ ਆਪਣੀ ਵੱਖਰੀ ਤਰ੍ਹਾਂ ਦੀ ਆਤਮ ਸਾਇੰਸ ਹੈ। ਔਰ ਉਸ ਬਰੀਕੀ ਨੂੰ ਸਮਝਣ ਦੇ ਲਈ, ਉਸ ਸੂਖਸ਼ਮਤਾ ਨੂੰ ਸਮਝਣ ਦੇ ਲਈ, ਜਿਹੜੀ ਤੁਹਾਨੂੰ ਸਿੱਧੀਆਂ ਅੱਖਾਂ ਦੇ ਨਾਲ ਨਹੀਂ ਦਿਸਣੀ, ਉਹਦੇ ਲਈ ਇੱਕ ਬੜੀ ਬਰੀਕ ਬੁੱਧੀ ਦੀ ਲੋੜ ਹੁੰਦੀ ਹੈ, ਜਾਂ ਇੱਦਾਂ ਕਹਿ ਲਓ ਕਿ ਬੁੱਧੀ ਤੋਂ ਪਾਰ ਦੀ ਗੱਲ ਦੀ ਲੋੜ ਹੁੰਦੀ ਹੈ, ਦ੍ਰਿਸ਼ਟੀ ਦੇ ਨਾਲੋਂ ਦੂਰ ਜਾ ਕੇ ਦਿਵ ਦ੍ਰਿਸ਼ਟੀ ਦੀ ਗੱਲ ਹੁੰਦੀ ਹੈ, ਉਹ ਇੱਕ ਮਹਿਸੂਸ ਕਰਨ ਦੀ, ਇੱਕ ਅਨੁਭਵ ਦੀ ਗੱਲ ਹੁੰਦੀ ਹੈ। ਤੇ ਅਨੁਭਵ ਕਿਸੇ ਵਿਰਲੇ ਦਾ ਜਾਗਦਾ ਹੈ। ਇਸੇ ਕਰਕੇ ਭਗਤ ਵੀ ਕੋਈ ਵਿਰਲੇ ਹੁੰਦੇ ਨੇ, ਸਾਧਕ ਵੀ ਕੋਈ ਵਿਰਲੇ ਹੁੰਦੇ ਨੇ, ਸਿਮਰਨ ਅਭਿਆਸੀ ਵੀ ਕੋਈ ਵਿਰਲੇ ਹੁੰਦੇ ਨੇ ਜਿਹੜੇ ਮੰਜ਼ਿਲਾਂ ਦੇ ਸਿਖਰ ਤੱਕ ਪਹੁੰਚਦੇ ਨੇ। ਸੋ ਰਘਬੀਰ ਸਿੰਘ ਵੀਰ ਜੀ ਕਹਿੰਦੇ ਨੇ ਕਿ ਇਹ ਸਭ ਤੋਂ ਔਖਾ ਇਲਮ ਹੈ, ਇਹਦੇ ਲਈ ਇੱਕ ਜ਼ਿੰਦਗੀ ਜਿਹੜੀ ਆ ਪੂਰੀ ਲਾ ਕੇ ਵੀ ਜੇ ਕਿਤੇ ਸਮਝ ਆ ਜੇ ਤਾਂ ਇਹ ਸੌਦਾ ਜਿਹੜਾ ਆ ਲਾਹੇਵੰਦਾ ਸਮਝ ਲੈਣਾ ਚਾਹੀਦਾ। ਪਰ ਅਸੀਂ ਇਸ ਇਲਮ ਨੂੰ ਸਮਾਂ ਓਨਾ ਵੀ ਨਹੀਂ ਦਿੰਦੇ ਜਿੰਨਾ ਇੱਕ ਭਾਸ਼ਾ ਨੂੰ ਸਿੱਖਣ ਲਈ ਦੇ ਦਿੰਦੇ ਆ। ਇਸ ਇਲਮ ਨੂੰ ਸਮਾਂ ਓਨਾ ਵੀ ਨਹੀਂ ਦਿੰਦੇ ਜਿੰਨਾ ਇੱਕ ਹਿਸਾਬ ਦੇ ਸਵਾਲ ਨੂੰ ਸਿੱਖਣ ਤੇ ਦੇ ਦਿੰਦੇ ਆ। ਸਮਾਂ ਦਿੰਦੇ ਨਹੀਂ ਇਸ ਇਲਮ ਨੂੰ। ਇਲਮ ਹੈ ਸਭ ਤੋਂ ਔਖਾ, ਇਲਮ ਹੈ ਸਭ ਤੋਂ ਮੁਸ਼ਕਿਲ, ਇਲਮ ਹੈ ਸਭ ਤੋਂ ਪੇਚੀਦਾ, ਇਲਮ ਹੈ ਸਭ ਤੋਂ ਜ਼ਰੂਰੀ। ਪਰ ਸਮਾਂ ਉਸ ਨੂੰ ਇੱਕ ਆਮ ਸਬਜੈਕਟ ਜਿੰਨਾ ਵੀ ਨਹੀਂ ਦਿੰਦੇ, ਨਾ ਕਿਸੇ ਭਾਸ਼ਾ ਜਿੰਨਾ ਸਮਾਂ ਦਿੰਦੇ ਆ, ਨਾ ਕੈਮਿਸਟਰੀ ਜਿੰਨਾ ਸਮਾਂ ਦਿੰਦੇ, ਨਾ ਫਿਜ਼ਿਕਸ ਜਿੰਨਾ ਸਮਾਂ ਦਿੰਦੇ ਆ, ਨਾ ਹਿਸਾਬ ਜਿੰਨਾ ਸਮਾਂ ਦਿੰਦੇ ਆ। ਤੇ ਫਿਰ ਕਹਿੰਦੇ ਪਤਾ ਕੀ ਆ ਕਿ ਨਹੀਂ ਜੀ ਰੂਹਾਨੀਅਤ ਦੀ ਕੋਈ ਗੱਲ ਤਾਂ ਹੈ ਨਹੀਂ। ਇਹ ਰਘਬੀਰ ਸਿੰਘ ਵੀਰ ਜੀ ਕਹਿ ਰਹੇ ਨੇ ਚੈਪਟਰ ਦੇ ਆਰੰਭ ਦੇ ਵਿੱਚ ਹੀ। ਪਰ ਕਹਿੰਦੇ ਵੀ ਇਹ ਹੈ, ਰੂਹਾਨੀਅਤ ਹੈ। ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਵੱਡੇ ਤੋਂ ਵੱਡਾ ਨਾਸਤਿਕ ਜੇ ਕਿਤੇ ਇੱਕ ਵਾਰ ਨਾਸਤਿਕਤਾ ਤੋਂ ਤੋਬਾ ਕਰਕੇ ਰੂਹਾਨੀਅਤ ਦੇ ਪਾਸੇ ਤੁਰ ਪਵੇ, ਸੱਚੇ ਦਿਲੋਂ ਤੁਰ ਪਵੇ, ਤਾਂ ਕਦੀ ਨਿਰਾਸ਼ ਨਹੀਂ ਹੁੰਦਾ, ਸਗੋਂ ਸਾਧਕ ਬਣ ਜਾਂਦਾ ਹੈ, ਭਗਤ ਬਣ ਜਾਂਦਾ ਹੈ ਔਰ ਰੂਹਾਨੀਅਤ ਦੀ ਗੱਲ ਕਰਨ ਲੱਗ ਪੈਂਦਾ। ਪਰ ਕਹਿੰਦੇ ਇੱਕ ਵੀ ਇਹੋ ਜਿਹਾ ਮਨੁੱਖ ਨਹੀਂ ਜਿਹੜਾ ਸੱਚੇ ਦਿਲੋਂ ਰੂਹਾਨੀਅਤ ਦੇ ਪਾਸੇ ਤੁਰਿਆ ਹੋਵੇ, ਸਾਧਨਾ ਕੀਤੀ ਹੋਵੇ, ਸਿਮਰਨ ਕੀਤਾ ਹੋਵੇ, ਸਿਮਰਨ ਦੇ ਵਿੱਚ ਟਿਕਾ ਮਾਣਿਆ ਹੋਵੇ, ਟਿਕਿਆ ਹੋਵੇ ਚੰਗੀ ਤਰ੍ਹਾਂ, ਅੰਤਰ ਆਨੰਦ ਦੀਆਂ ਕੁਝ ਅਵਸਥਾਵਾਂ ਦੇਖੀਆਂ ਹੋਣ, ਤੇ ਫਿਰ ਕਦੇ ਕੋਈ ਨਾਸਤਿਕ ਬਣਿਆ ਹੋਵੇ। ਇਹੋ ਜੀ ਇੱਕ ਵੀ ਦੁਨੀਆ ਦੇ ਉੱਤੇ ਉਦਾਹਰਨ ਹੈ ਨਹੀਂ, ਹੋ ਹੀ ਨਹੀਂ ਸਕਦੀ, ਕਿਉਂਕਿ ਆਨੰਦ ਹੀ ਰੂਹਾਨੀਅਤ ਦਾ ਇਹੋ ਜਿਹਾ ਹੈ। ਨਾਸਤਿਕ ਇਹੋ ਜਿਹਾ ਤੁਹਾਨੂੰ ਹਜ਼ਾਰਾਂ ਮਿਲਣਗੇ ਕਿ ਜਿਨ੍ਹਾਂ ਨੇ ਨਾਸਤਿਕਤਾ ਛੱਡ ਕੇ, ਜਿਨ੍ਹਾਂ ਨੇ ਕੁਕਰਮਾਂ ਨੂੰ ਛੱਡ ਕੇ ਧਰਮ ਦੇ ਖੇਤਰ 'ਚ ਆਏ ਹੋਣ, ਅਧਿਆਤਮਿਕਤਾ ਦੇ ਖੇਤਰ 'ਚ ਆਏ ਹੋਣ, ਸੱਚੇ ਦਿਲੋਂ ਰੂਹਾਨੀਅਤ ਦੇ ਨਾਲ ਜੁੜੇ ਹੋਣ, ਤੇ ਫਿਰ ਮਾਲਾ ਮਾਲ ਹੋਏ ਹੋਣ, ਤੇ ਆਖਿਆ ਹੋਵੇ ਕਿ ਨਹੀਂ ਪਹਿਲਾਂ ਗਲਤ ਸਾਂ ਹੁਣ ਠੀਕ ਆ। ਰਘਬੀਰ ਸਿੰਘ ਵੀਰ ਜੀ ਨੇ ਇਹ ਉਸ ਜਿਹੜਾ ਚੈਪਟਰ ਹੈ ਉਹਦੀ ਇੱਕ ਤਰ੍ਹਾਂ ਦੀ ਭੂਮਿਕਾ ਬੰਨੀ ਆ। ਤੇ ਫਿਰ ਗਾਂ ਦੀ ਗੱਲ ਕਹਿੰਦੇ ਨੇ ਕਿ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਅਭਿਆਸੀ ਜਦੋਂ ਉਤਲੀਆਂ ਮੰਜ਼ਲਾਂ ਵੱਲ ਜਾਂਦਾ ਹੈ, ਜਦੋਂ ਉਸਦੀ ਅਭਿਆਸ ਪੱਕਦਾ ਹੈ, ਪਰਪੱਕਤਾ ਆਉਂਦੀ ਹੈ ਉਹਦੇ ਅਭਿਆਸ ਦੇ ਵਿੱਚ, ਸਿਮਰਨ ਦੇ ਵਿੱਚ ਪਰਪੱਕਤਾ ਆਉਂਦੀ ਹੈ, ਜਦੋਂ ਉਤਲੀਆਂ ਅਵਸਥਾ ਵਿੱਚ ਜਾਂਦਾ ਹੈ ਤਾਂ ਉਹਨੂੰ ਇੱਕ ਜੋਤ ਦੇ ਝਲਕਾਰੇ ਪੈਣੇ ਸ਼ੁਰੂ ਹੋ ਜਾਂਦੇ ਆ, ਜਗਦੀ ਹੋਈ ਜੋਤ ਦੇ ਝਲਕਾਰੇ। ਉਹੀ ਜੋਤ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨੂੰ ਜੋਤ ਸਰੂਪ ਦੇ, ਜੋਤ ਦੇ ਝਲਕਾਰੇ ਪੈਣੇ ਸ਼ੁਰੂ ਹੋ ਜਾਂਦੇ ਆ। ਔਰ ਇਸ ਜੋਤ ਦਾ ਪ੍ਰਕਾਸ਼ ਹੀ ਉਹਨੂੰ ਸਾਰੀ ਦੁਨੀਆ ਦਿਖਾਉਣ ਵਾਲੀ ਗੱਲ ਹੁੰਦੀ ਆ। ਇਹ ਜੋਤ ਦਾ ਪ੍ਰਕਾਸ਼ ਹੈ ਤਾਂ ਮਨੁੱਖ ਹੈ, ਇਹ ਜੋਤ ਹੈ ਤਾਂ ਮਨੁੱਖ ਹੈ, ਇਸ ਜੋਤ ਦਾ ਪ੍ਰਕਾਸ਼ ਹੈ ਤਾਂ ਉਹ ਹੈ, ਜੇ ਜੋਤ ਦਾ ਪ੍ਰਕਾਸ਼ ਨਹੀਂ ਹੈ ਤੇ ਫਿਰ ਉਹ ਨਹੀਂ ਹੈ। ਯਾਨੀ ਅੰਦਰਲੇ ਜੀ ਦੀ ਗੱਲ, ਅੰਦਰਲੀ ਆਤਮਾ ਦੀ ਗੱਲ, ਉਸ ਜਾਗਦੀ ਹੋਈ ਜੋਤ ਦੀ ਗੱਲ। ਇਹ ਜੋਤ ਦਾ ਪ੍ਰਕਾਸ਼ ਜਿਹੜਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ, ਜੋਤ ਦਿਖਣਾ ਸ਼ੁਰੂ ਹੋ ਜਾਂਦੀ ਆ ਆਪਣੇ ਆਪ ਹੀ। ਕਹਿੰਦੇ ਜਦੋਂ ਤੁਸੀਂ ਸਿਮਰਨ 'ਚ ਬੈਠੇ ਹੁੰਦੇ ਆ, ਰਘਬੀਰ ਸਿੰਘ ਵੀਰ ਜੀ ਕਹਿ ਰਿਹਾ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਕਹਿ ਰਿਹਾ ਕਿ ਜਦੋਂ ਤੁਸੀਂ ਸਿਮਰਨ 'ਚ ਬੈਠੇ ਹੁੰਦੇ ਆ, ਬੈਠਿਆਂ ਇੱਕ ਬਿਜਲੀ ਦੀ ਲਿਸ਼ਕ ਜਿਹੀ ਮਹਿਸੂਸ ਹੁੰਦੀ ਆ, ਜਿੱਦਾਂ ਅਸਮਾਨੀ ਬਿਜਲੀ ਚਮਕੀ ਆ। ਜਦੋਂ ਪਹਿਲਾਂ ਆਉਂਦੀ ਬਿਜਲੀ ਲਿਸ਼ਕ ਜਿਹੀ ਮਹਿਸੂਸ ਹੁੰਦੀ ਆ, ਪਰ ਉਸ ਬਿਜਲੀ ਦੀ ਲਿਸ਼ਕ ਦੇ ਵਿੱਚ ਕੋਈ ਡਰਾਉਣੀ ਗੜਗੜਾਹਟ ਵੀ ਨਹੀਂ ਹੁੰਦੀ ਤੇ ਤਪਸ਼ ਵੀ ਨਹੀਂ ਹੁੰਦੀ, ਬਲਕਿ ਸ਼ੀਤਲਤਾ ਹੁੰਦੀ ਹੈ, ਆਨੰਦ ਹੀ ਆਨੰਦ ਹੁੰਦਾ ਹੈ। ਹੁੰਦੀ ਹੈ ਬਿਜਲੀ ਦੀ ਲਿਸ਼ਕ, ਅਸਮਾਨੀ ਬਿਜਲੀ ਵਾਂਗ ਲਿਸ਼ਕ ਹੀ ਮਹਿਸੂਸ ਹੁੰਦੀ ਹੈ ਪਹਿਲਾਂ ਜਦੋਂ ਟਿਕਾ 'ਚ ਬੈਠੇ ਹੋਈਏ, ਸਿਮਰਨ 'ਚ ਬੈਠੇ ਹੋ, ਜਦੋਂ ਸਿਮਰਨ ਅਭਿਆਸ ਪੱਕਦਾ ਹੈ। ਪਰ
ਉਹਦੇ ਵਿੱਚ ਉਸ ਬਿਜਲੀ ਦੀ ਲਿਸ਼ਕ ਦੇ ਵਿੱਚ ਨਾ ਤਾਂ ਡਰ ਵਾਲੀ ਗੜਗੜਾਹਟ ਹੁੰਦੀ ਹੈ, ਨਾ ਹੀ ਕੋਈ ਤਪਸ਼ ਹੁੰਦੀ ਹੈ, ਬਲਕਿ ਸ਼ੀਤਲਤਾ ਹੁੰਦੀ ਹੈ, ਆਨੰਦ ਹੁੰਦਾ ਹੈ। ਤੇ ਇਹਦੇ ਵਿੱਚ ਗਰਮੀ ਨਹੀਂ ਹੁੰਦੀ, ਸ਼ੀਤਲਤਾ ਹੁੰਦੀ ਹੈ। ਔਰ ਅਭਿਆਸ ਜਿੱਦਾਂ ਜਿੱਦਾਂ ਵਧੀ ਜਾਂਦਾ, ਫਿਰ ਅਭਿਆਸ ਜਿੱਦਾਂ ਜਿੱਦਾਂ ਪੱਕੀ ਜਾਂਦਾ, ਇਹ ਲਿਸ਼ਕਾਰੇ ਜਿਹੜੇ ਆ ਛੇਤੀ ਛੇਤੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਜਦੋਂ ਇੱਕ ਵਾਰੀ ਨਜ਼ਰ ਆਉਂਦੇ ਆ, ਤੁਸੀਂ ਅਭਿਆਸ 'ਚ ਟਿਕੇ ਰਹਿੰਦੇ ਹੋ, ਤੇ ਲਿਸ਼ਕਾਰੇ ਛੇਤੀ ਛੇਤੀ ਨਜ਼ਰ ਆਉਂਦੇ ਆ। ਜਿੱਦਾਂ ਜਿੱਦਾਂ ਛੇਤੀ ਛੇਤੀ ਲਿਸ਼ਕਾਰੇ ਨਜ਼ਰ ਆਈ ਜਾਂਦੇ ਆ, ਉੱਦਾਂ ਉੱਦਾਂ ਆਨੰਦ ਵਧੀ ਜਾਂਦਾ, ਤੇ ਉੱਦਾਂ ਉੱਦਾਂ ਜ਼ਿਆਦਾ ਸਿਮਰਨ ਕਰਨ ਨੂੰ ਜੀ ਕਰਦਾ। ਇਸੇ ਗੱਲ ਨੂੰ ਸ਼ਾਇਦ ਭਾਈ ਵੀਰ ਸਿੰਘ ਨੇ ਆਖਿਆ ਸੀ ਕਿ ਜਦੋਂ ਤੁਹਾਡਾ ਇੱਕ ਵਾਰੀ ਵਾਹਿਗੁਰੂ ਕਹਿਣ ਨੂੰ ਜੀ ਕਰੇ, ਇੱਕ ਵਾਰੀ ਵਾਹਿਗੁਰੂ ਕਿਹਾ, 2 ਵਾਰੀ ਵਾਹਿਗੁਰੂ ਕਹਿਣ ਨੂੰ ਜੀ ਕਰੇ, 2 ਵਾਰੀ ਕਿਹਾ 4 ਵਾਰੀ ਕਹਿਣ ਨੂੰ ਜੀ ਕਰੇ, 4 ਵਾਰੀ ਕਿਹਾ 8 ਵਾਰੀ ਕਹਿਣ ਨੂੰ ਜੀ ਕਰੇ, 8 ਵਾਰੀ ਕਰਕੇ 16 ਵਾਰੀ ਕਹਿਣ ਨੂੰ ਜੀ ਕਰੇ, ਜਦੋਂ ਤੁਹਾਡਾ ਇੱਦਾਂ ਸਿਮਰਨ ਦੇ ਵਿੱਚ ਮਨ ਲੱਗਣ ਲੱਗ ਪਵੇ, ਸਮਝ ਲਓ ਗੁਰੂ ਦੀ ਬਖਸ਼ਿਸ਼ ਹੋਣੀ ਸ਼ੁਰੂ ਹੋ ਗਈ ਆ। ਤੇ ਰਘਵੀਰ ਸਿੰਘ ਵੀਰ ਜੀ ਕਹਿੰਦੇ ਨੇ ਕਿ ਜਦੋਂ ਲਿਸ਼ਕਾਰੇ ਛੇਤੀ ਛੇਤੀ ਆਉਣੇ ਸ਼ੁਰੂ ਹੋ ਜਾਂਦੇ ਨੇ ਸਿਮਰਨ ਦੇ ਵਿੱਚ ਟਿਕਿਆ, ਤੇ ਫਿਰ ਤੁਹਾਡਾ ਸਿਮਰਨ ਕਰਨ ਨੂੰ ਜੀ ਕਰਦਾ, ਤੁਹਾਡਾ ਜੀ ਕਰਦਾ ਸਦਾ ਹੀ ਸਿਮਰਨ ਕਰਦੇ ਰਹੀਏ। ਉਹ ਲਿਸ਼ਕਾਰੇ ਇੰਨੇ ਆਨੰਦਦਾਇਕ ਹੁੰਦੇ ਨੇ। ਤੇ ਫਿਰ ਜਦੋਂ ਹੋਰ ਧਿਆਨ ਪਰਪੱਕ ਹੁੰਦਾ ਹੈ, ਹੋਰ ਧਿਆਨ ਪ੍ਰਤੱਖ ਹੁੰਦਾ ਹੈ, ਇੱਕ ਇਲਾਹੀ ਆਨੰਦ ਜਾਂ ਹੋਰ ਦਿਨੋਂ ਦਿਨ ਜਿੱਦਾਂ ਵੱਧਦਾ ਜਾਂਦਾ ਹੈ, ਉੱਦਾਂ ਉੱਦਾਂ ਜਿਹੜੇ ਲਿਸ਼ਕਾਰੇ ਨਜ਼ਰ ਆਉਂਦੇ ਸੀ, ਉਹ ਇੱਕ ਜੋਤ ਦਾ ਰੂਪ ਬਣਨਾ ਸ਼ੁਰੂ ਹੋ ਜਾਂਦੇ ਨੇ। ਉਹ ਟਿਕੀ ਹੋਈ ਜੋਤ ਵਾਲੀ ਗੱਲ ਬਣ ਜਾਂਦੀ ਹੈ। ਫਿਰ ਜਦੋਂ ਸਿਮਰਨ ਦੀ ਪੂਰੀ ਪਰਪੱਕਤਾ ਹੋ ਜਾਏ, ਤੇ ਉਹ ਟਿਕੀ ਹੋਈ ਜੋਤ ਵਾਲੀ ਗੱਲ ਆ ਜਾਂਦੀ ਹੈ। ਇੱਕ ਸਵਾਦ ਆਉਂਦਾ ਹੈ, ਸਿਮਰਨ ਕਰਦਾ, ਵਾਹਿਗੁਰੂ ਕਰਦਾ, ਜੀਭ ਦੇ ਉੱਤੇ ਵੀ ਸਵਾਦ ਆਉਂਦਾ ਹੈ। ਔਰ ਜਿਹੜਾ ਸਵਾਦ ਹੁੰਦਾ ਜਦੋਂ ਅੰਦਰ ਨੂੰ ਜਾਂਦਾ, ਉਹਦੇ ਮਰੇ ਦੁਨੀਆ ਦੇ ਸਾਰੇ ਸਵਾਦ ਫਿੱਕੇ ਲੱਗਦੇ ਨੇ। ਜਦੋਂ ਉਹ ਰਸ ਪੀ ਲਵੇ ਤੇ ਦੁਨੀਆ ਦੇ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ। ਉਹ ਰਸ ਇਹੋ ਜਿਹਾ ਆਉਂਦਾ, ਉਹਦੇ 'ਚੋਂ ਆਨੰਦ ਇਹੋ ਜਿਹਾ ਆਉਂਦਾ, ਰਸ ਇਹੋ ਜਿਹਾ ਆਉਂਦਾ। ਰਘਵੀਰ ਸਿੰਘ ਵੀਰ ਜੀ ਕਹਿੰਦੇ ਨੇ ਕਿ ਇਹੋ ਜਿਹੀ ਅਵਸਥਾ ਦੇ ਵਿੱਚ ਜਦੋਂ ਕੋਈ ਰਿਸ਼ਤੇਦਾਰ, ਮਾਤਾ ਪਿਤਾ, ਭਰਾ ਭਾਈ ਭੈਣ ਆ ਕੇ ਕਹਿੰਦਾ ਹੈ ਕੀ ਗੱਲ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਬੈਠਾ ਹੀ ਰਹਿਣਾ ਹੈ, ਟਿਕਿਆ ਹੀ ਰਹਿਣਾ ਹੈ, ਤਾਂ ਕਹਿੰਦਾ ਫਿਰ ਅੰਦਰੋਂ ਇੱਕ ਆਨੰਦ ਜਿਹਾ ਹੁੰਦਾ ਹੈ, ਤੇ ਉਹ ਆਨੰਦ ਨੂੰ ਲੁਕਾਉਣ ਦੀ ਵੀ ਕੋਸ਼ਿਸ਼ ਹੁੰਦੀ ਆ। ਇੱਕ ਅੰਦਰੋਂ ਆਨੰਦ ਜਿਹਾ ਹੁੰਦਾ ਤੇ ਆਨੰਦ ਨੂੰ ਲੁਕਾਉਣ ਦੀ ਵੀ ਕੋਸ਼ਿਸ਼ ਹੁੰਦੀ ਆ, ਤੇ ਉਹ ਆਨੰਦ ਹੋਰ ਵੱਧਦਾ ਜਾਂਦਾ ਜਦੋਂ ਇਦਾਂ ਦੇ ਸਵਾਲ ਵੀ ਆਉਂਦੇ ਨੇ। ਅੰਦਰ ਹੋਰ ਜੁੜਨ ਨੂੰ ਜੀ ਕਰਦਾ, ਅੰਦਰ ਹੋਰ ਜੁੜਨ ਨੂੰ ਜੀ ਕਰਦਾ, ਤੇ ਅੰਦਰ ਅੰਤਰਾਤਮੇ 'ਚ ਜਦੋਂ ਚੁੱਭੀ ਮਾਰੀ ਦੀ, ਜਦੋਂ ਇਦਾਂ ਜੁੜੀ ਜਾਈ ਜਾਂਦਾ, ਤੇ ਨਾਲ ਨਾਲ ਇਹ ਜਿਹੜੀ ਜੋਤ ਹੈ ਇਹ ਹੋਰ ਪਰਪੱਕ ਹੋਣੀ ਸ਼ੁਰੂ ਹੋ ਜਾਂਦੀ ਹੈ। ਲਿਸ਼ਕਾਰੇ ਪਹਿਲਾਂ ਇੱਕ ਬਿਜਲੀ ਜੀ ਦੀ ਲਿਸ਼ਕ ਸੀ, ਫਿਰ ਲਿਸ਼ਕਾਰੇ ਛੇਤੀ ਛੇਤੀ ਆਉਣ ਲੱਗ ਪਏ, ਫਿਰ ਲਿਸ਼ਕਾਰਿਆਂ ਤੋਂ ਬਾਅਦ ਇੱਕ ਜੋਤ ਦੇ ਦਰਸ਼ਨ ਹੋਣ ਲੱਗ ਪਏ, ਫਿਰ ਜੋਤ ਜਿਹੜੀ ਆ ਉਹ ਅਡੋਲ ਜੋਤ, ਉਹਦੇ ਬਾਰੇ ਸਮਝ ਆ ਜਾਂਦੀ ਕਿ ਨਿਰੰਜਨੀ ਜੋਤ ਹੈ। ਇਹ ਉਹੀ ਜੋਤ ਹੈ ਜਿਹਦਾ ਜ਼ਿਕਰ ਗੁਰਬਾਣੀ ਦੇ ਅੰਦਰ ਵੀ ਕੀਤਾ ਹੈ, ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ 10ਵੇਂ ਗ੍ਰੰਥ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹਦਾ ਜ਼ਿਕਰ ਹੈ, ਜਿਹਦਾ ਜ਼ਿਕਰ 10ਵੇਂ ਗ੍ਰੰਥ ਦੇ ਵਿੱਚ ਵੀ ਹੈ। ਤੇ ਰਘਵੀਰ ਸਿੰਘ ਜੀ ਵੀਰ ਦੁਹਰਾ ਕੇ ਗੱਲ ਕਹਿੰਦੇ ਨੇ ਕਿ ਇਸ ਨਿਰੰਜਨੀ ਜੋਤ ਦੀ ਜਦੋਂ ਪੂਰੀ ਪਰਪੱਕਤਾ ਹੋ ਜਾਂਦੀ ਹੈ, ਇਹਦੇ ਵੱਲ ਤੁਸੀਂ ਇੱਕ ਛਿਣ ਤੋਂ ਜ਼ਿਆਦਾ ਤੱਕ ਨਹੀਂ ਸਕਦੇ। ਇੱਕ ਪਲਕ ਝਪਕਣ ਜਿੰਨਾ ਤੱਕ ਹੁੰਦਾ ਹੈ, ਕਿਉਂਕਿ ਉਹਦਾ ਤੇਜ ਸੂਰਜਾਂ ਨਾਲੋਂ ਵੀ ਜ਼ਿਆਦਾ ਹੁੰਦਾ ਹੈ, ਤੇਜ ਸੂਰਜਾਂ ਨਾਲੋਂ ਜ਼ਿਆਦਾ ਹੈ, ਪਰ ਹੈ ਸੀਤਲਤਾ। ਜਿਹੜੀਆਂ ਕਿਰਨਾਂ ਉੱਠਦੀਆਂ ਨੇ ਸੀਤਲਤਾ ਦੀ ਉੱਠਦੀਆਂ, ਤੁਹਾਨੂੰ ਤਨ ਮਨ ਨੂੰ ਸੀਤਲ ਕਰ ਦਿੰਦੇ ਨੇ। ਸੀਤਲ ਤਨ ਮਨ ਛਾਤੀ, ਗੁਰਬਾਣੀ ਦੇ ਵਿੱਚ ਜਿਹੜਾ ਸ਼ਬਦ ਆਇਆ, ਅੰਮਿਓ ਚੱਲੇ ਝਰਨੇ, ਅੰਦਰੋਂ ਅੰਮਿਓ ਚੱਲੇ ਝਰਨੇ ਚੱਲਦੇ ਨੇ ਗੁਰਬਾਣੀ ਦੇ ਸ਼ਬਦ ਦੇ ਮੁਤਾਬਕ। ਫਿਰ ਸ਼ੀਤਲ ਤਨ ਮਨ ਛਾਤੀ ਵਾਲੀ ਗੱਲ ਹੁੰਦੀ ਹੈ, ਜਿਹੜਾ ਸਵਾਦ ਆਉਂਦਾ ਹੈ ਹੋਰ ਇਲਾਹੀ ਸਵਾਦ ਬਣੀ ਜਾਂਦਾ ਹੈ। ਉਹ ਸਵਾਦ ਆਪਣੇ ਆਪ ਦੀ ਕਿਸਮ ਦਾ ਹੁੰਦਾ ਹੈ, ਆਨੰਦ। ਉਹ ਸਵਾਦ ਜਿਹਦੇ ਬਾਰੇ ਬਾਬਾ ਫਰੀਦ ਜੀ ਨੇ ਆਖਿਆ ਹੈ ਕਿ ਇਹ ਬੇਸ਼ੱਕ ਸਾਰੀਆਂ ਵਸਤਾਂ ਮਿੱਠੀਆਂ ਨੇ, ਦੁਨੀਆ ਦੀਆਂ ਸਾਰੀਆਂ ਵਸਤਾਂ ਬੇਸ਼ੱਕ ਮਿੱਠੀਆਂ ਨੇ, ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਬੇਸ਼ੱਕ ਸ਼ੱਕਰ, ਖੰਡ, ਨਵਾਤ, ਮਿਸ਼ਰੀ ਹੋ ਗਈ, ਨਵਾਤ ਬਣਾ ਮਿਸ਼ਰੀ, ਖੰਡ, ਸ਼ੱਕਰ, ਖੰਡ, ਨਵਾਤ, ਮਿਸ਼ਰੀ, ਸ਼ੱਕਰ, ਖੰਡ, ਨਵਾਤ, ਗੁੜ, ਮਿਸ਼ਰੀ, ਮਾਖਿਓ, ਦੁੱਧ, ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸ਼ਹਿਦ। ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਕਿ ਉਹ ਜਿਹੜਾ ਸਵਾਦ ਹੈ ਦੁਨੀਆ ਦੀਆਂ ਮਿੱਠੀਆਂ ਤੋਂ ਮਿੱਠੀਆਂ ਵਸਤਾਂ ਨਾਲੋਂ, ਦੁਨੀਆ ਦੀਆਂ ਸਵਾਦੀ ਤੋਂ ਸਵਾਦੀ ਵਸਤਾਂ ਨਾਲੋਂ, ਸ਼ੱਕਰ, ਖੰਡ, ਮਿਸ਼ਰੀ, ਗੁੜ, ਮਾਖਿਓ, ਮਾਝਾ, ਦੁੱਧ, ਇਹਨਾਂ ਸਾਰੀਆਂ ਦੇ ਨਾਲੋਂ ਸਵਾਦੀ ਆ ਉਹ ਰਸ ਹੈ।
ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਤੋਂ ਉਹਦੇ ਵਰਗੀ ਮਿਠਾਸ ਨਹੀਂ, ਉਸ ਰਸ ਵਰਗੀ ਜਿਹੜਾ ਰਸ ਅੰਦਰੋਂ ਆਉਂਦਾ ਉਹਦੇ ਵਰਗੀ ਸਵਾਦ ਨਹੀਂ ਆਉਂਦਾ, ਹੋਰ ਕਿਤੇ ਸਵਾਦ ਕਿਤੇ ਹੋਰ ਦਿਸਦਾ ਨਹੀਂ ਹੁੰਦਾ। ਤੇ ਉਹ ਜਿਹੜੀ ਜੋਤ ਦੇ ਵਿੱਚ ਤੁਸੀਂ ਦੇਖਦੇ ਹੋ ਨਿਰੰਜਨੀ ਜੋਤ ਜਿਹੜੀ ਦਿਸਦੀ ਆ, ਉਹਦੇ ਵਿੱਚੋਂ ਤੁਹਾਨੂੰ ਸੀਤਲਤਾ ਨਜ਼ਰ ਆਉਂਦੀ ਆ, ਉਹ ਆਨੰਦ ਦਾ ਸੋਮਾ ਜਾਪਦੀ ਹੈ, ਉਹਦੇ ਵਿੱਚੋਂ ਨਿਰਭੈਤਾ ਨਜ਼ਰ ਆਉਂਦੀ ਹੈ, ਉਹਦੇ ਵਿੱਚੋਂ ਨਿਰਵੈਰਤਾ ਨਜ਼ਰ ਆਉਂਦੀ ਹੈ, ਉਹਦੇ 'ਚੋਂ ਕਿਰਪਾਲਤਾ ਨਜ਼ਰ ਆਉਂਦੀ ਹੈ, ਉਹਦੇ 'ਚੋਂ ਪ੍ਰੇਮ ਰੂਪ ਨਜ਼ਰ ਆਉਂਦਾ ਹੈ। ਉਹ ਸਰਬ ਸ਼ਕਤੀਮਾਨਤਾ ਉਹਦੇ ਵਿੱਚ ਹੁੰਦੀ ਹੈ ਕਿ ਸਭ ਕੁਝ ਕਰਨ ਦੇ ਸਮਰੱਥ ਹੁੰਦੀ ਹੈ, ਤੇ ਸਾਰੇ ਗੁਣ ਜਿਹੜੇ ਫੁੱਟ ਫੁੱਟ ਕੇ ਉਹਦੇ 'ਚੋਂ ਤੁਹਾਡੇ ਵਿੱਚ ਵੀ ਭਰਦੇ ਜਾਂਦੇ ਨੇ। ਤੁਸੀਂ ਪਰਮਾਤਮਾ ਦੇ ਗੁਣਾਂ ਦੇ ਜਿਹੜੇ ਪਰਮਾਤਮਾ ਦੇ ਗੁਣ ਹੁੰਦੇ ਨੇ ਉਹਨਾਂ ਦੇ ਇੱਕ ਤਰ੍ਹਾਂ ਦੇ ਲਖਾਇਕ ਬਣੀ ਜਾਂਦੇ ਹੋ। ਇਹ ਗੱਲ ਬੰਦਗੀਨਾਮਾ ਕਿਤਾਬ ਦੇ ਚੈਪਟਰ ਜਾਗ ਜੋਤ ਵਾਲੇ ਦੇ ਵਿੱਚ ਰਘਵੀਰ ਸਿੰਘ ਵੀਰ ਜੀ ਨੇ ਲਿਖੀ ਹੈ। ਤੇ ਕਹਿੰਦੇ ਵੀ ਜੋ ਤੁਹਾਡੇ ਵੱਲ ਇੱਕ ਮਿਹਰ ਭਰੀ ਨਿਗਾਹ ਨਾਲ ਦੇਖਦੀ ਤੁਹਾਨੂੰ ਮਹਿਸੂਸ ਹੁੰਦੀ ਹੈ ਕਿ ਤੁਹਾਡਾ ਮਿਹਰ ਭਰੀ ਨਿਗਾਹ ਦੇ ਨਾਲ ਦੇਖ ਰਹੀ ਹੈ। ਖੰਡਾਂ ਬ੍ਰਹਿਮੰਡਾਂ 'ਚ ਉਹਦੇ ਝਲਕਾਰੇ ਮਰਤੂਤ ਹੁੰਦੇ ਨੇ, ਤੁਸੀਂ ਪੂਰੇ ਖੰਡ ਬ੍ਰਹਿਮੰਡ ਦਾ ਹਿੱਸਾ ਬਣ ਜਾਂਦੇ ਹੋ। ਤੇ ਜਿੱਦਾਂ ਜਿੱਦਾਂ ਪਰਪੱਕਤਾ ਆਈ ਜਾਂਦੀ ਹੈ ਉਦਾਂ ਤੁਹਾਡੀ ਅਵਸਥਾ ਵੀ ਅਡੋਲ ਹੋਈ ਜਾਂਦੀ ਹੈ। ਤੇ ਜਾਪ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਜਿਹੜੇ ਪਰਮਾਤਮਾ ਦੇ ਸਾਰੇ ਗੁਣ ਵਰਣਨ ਕੀਤੇ ਨੇ, ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ ਦੇ ਵਿੱਚ ਪਰਮਾਤਮਾ ਦੇ ਸਾਰੇ ਗੁਣ ਵਰਣਨ ਕੀਤੇ ਨੇ, ਪਰਮਾਤਮਾ ਦੇ ਸਾਰੇ ਗੁਣਾਂ ਦਾ ਵਰਣਨ ਕੀਤਾ, ਚੱਕਰ ਚੇਨ ਜਾਤ ਪਾਤ ਇੱਥੋਂ ਸ਼ੁਰੂ ਕਰਕੇ ਗਾਂ ਅਖੀਰ ਤੱਕ ਦੁਕਾਲਮ ਪਰਨਾਸੀ ਵਾਲੀ ਗੱਲ ਤੱਕ ਜਿਹੜੇ ਸਾਰੇ ਗੁਣ ਜਾਪ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਵਰਣਨ ਕੀਤੇ, ਇਸ ਜੋਤ ਦੇ ਵਿੱਚੋਂ ਸਾਰੇ ਗੁਣ ਨਜ਼ਰ ਆਉਂਦੇ ਨੇ। ਇਹ ਗੱਲ ਰਘਵੀਰ ਸਿੰਘ ਵੀਰ ਜੀ ਨੇ ਆਪ ਉਸ ਬੰਦਗੀਨਾਮਾ ਕਿਤਾਬ ਦੇ ਵਿੱਚ ਲਿਖੀ ਹੈ। ਤੇ ਲੱਗਦਾ ਹੈ ਕਿ ਨਾਨਕਾ ਪਾਤਸ਼ਾਹ ਦਿਸੇ ਜ਼ਾਰਾ, ਗੁਰਬਾਣੀ ਦੀ ਪੰਕਤੀ ਸਾਹਮਣੇ ਪ੍ਰਗਟ ਹੋ ਜਾਂਦੀ ਕਿ ਨਾਨਕਾ ਪਾਤਸ਼ਾਹ ਨਾਨਕ ਦਾ ਪਾਤਸ਼ਾਹ ਹੈ। ਨਾਨਕਾ ਪਾਤਸ਼ਾਹ ਦਿਸੇ ਜ਼ਾਰਾ, ਉਹ ਜ਼ਾਰਾ ਦਿਸਣ ਲੱਗ ਪੈਂਦਾ ਹੈ, ਉਹ ਅਵਸਥਾ ਬਣ ਜਾਂਦੀ ਹੈ। ਔਰ ਅਭਿਆਸੀ ਜਿਹੜਾ ਆ ਆਪਣੇ ਆਪ ਨੂੰ ਇਸ ਜੋਤ ਦੀ ਇੱਕ ਕਿਰਨ ਮਹਿਸੂਸ ਕਰਨ ਲੱਗ ਪੈਂਦਾ, ਜਿਹੜੀ ਇਦੋਂ ਅਗਲੀ ਅਵਸਥਾ। ਪਹਿਲਾਂ ਜੋਤ ਵੱਖਰੀ ਦਿਸਦੀ ਹੈ, ਫਿਰ ਅਭਿਆਸੀ ਨੂੰ ਆਪਣੀ ਹਸਤੀ ਵੱਖਰੀ ਨਹੀਂ ਲੱਗਦੀ, ਉਹ ਆਪਣੇ ਆਪ ਨੂੰ ਇਸ ਜੋਤ ਦੀ, ਇਸ ਪਰਮਾਤਮਾ ਦੀ ਜਿਹੜੀ ਜੋਤ ਹੈ, ਜੋਤ ਸਰੂਪੀ ਹੈ, ਜੋ ਜੋਤ ਸਰੂਪ ਜਿਹੜੀ ਜੋਤ ਹੈ, ਜਿਹੜੀ ਨਾਨਕਾ ਪਾਤਸ਼ਾਹ ਦੱਸੇ ਵਾਲੀ ਜਿਹੜੀ ਗੱਲ ਹੈ, ਆਪਣੇ ਆਪ ਨੂੰ ਉਸ ਜੋਤ ਦੀ ਇੱਕ ਕਿਰਨ ਮਹਿਸੂਸ ਕਰਨ ਲੱਗ ਪੈਂਦਾ। ਤੇ ਕਿਰਨ ਜਿਹੜੀ ਜੋਤ ਦੇ ਨਾਲ ਬਿਲਕੁਲ ਉੱਦਾਂ ਹੀ ਇੱਕਮਿਕ ਹੁੰਦੀ ਆ ਜਿੱਦਾਂ ਸੂਰਜ ਆਪਣੀਆਂ ਕਿਰਨਾਂ ਨਾਲ ਜੁੜਿਆ ਹੁੰਦਾ, ਜਾਂ ਜਿੱਦਾਂ ਕਹ ਲਓ ਕੋਈ ਕਿਰਨਾਂ ਸੂਰਜ ਦੇ ਨਾਲ ਜੁੜੀਆਂ ਹੁੰਦੀਆਂ ਆ। ਕਿਰਨਾਂ ਸੂਰਜ ਤੇ ਆਉਂਦੀਆਂ ਬੇਸ਼ੱਕ ਕਿੰਨੀ ਦੂਰ ਆਉਂਦੀਆਂ ਆ, ਪਰ ਜਿੰਨੀ ਵੀ ਦੂਰ ਹੋਵੋ ਤੁਸੀਂ ਜੁੜੇ ਹੋਏ ਹੋ ਤੇ ਇਕੱਲਾ ਆਪਣਾ ਆਪ ਹੀ ਨਹੀਂ ਮਹਿਸੂਸ ਹੁੰਦਾ, ਉਹਦੇ ਨਾਲ ਉਹ ਜੋਤ ਦੇ ਨਾਲ ਕਿਰਨਾਂ ਦੇ ਰੂਪ ਦੇ ਵਿੱਚ ਜਿੱਦਾਂ ਸੂਰਜ ਨਾਲ ਸਾਰੀਆਂ ਕਿਰਨਾਂ ਜੁੜੀਆਂ ਹੁੰਦੀਆਂ, ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਤੁਸੀਂ ਹੋਵੋ, ਧਰਤੀ ਦੇ ਕਿਸੇ ਵੀ ਖਿੱਤੇ 'ਚ ਹੋਵੋ, ਉੱਦਾਂ ਹੀ ਬ੍ਰਹਿਮੰਡ ਦੇ ਕਿਸੇ ਵੀ ਖਿੱਤੇ 'ਚ ਹੋਵੋ, ਸਾਰਾ ਬ੍ਰਹਿਮੰਡ ਇਸ ਜੋਤ ਨਾਲ ਜੁੜਿਆ ਹੋਇਆ, ਜੋਤ ਦੀਆਂ ਕਿਰਨਾਂ ਨਾਲ ਜੁੜਿਆ ਹੋਇਆ ਮਹਿਸੂਸ ਹੁੰਦਾ ਹੈ। ਤੇ ਉੱਥੇ ਫਿਰ ਸਤਿਗੁਰੂ ਦੇ ਮੂਹਰੇ ਹੱਥ ਜੋੜਦੇ ਨੇ, ਅਰਦਾਸਾਂ ਨਿਕਲਦੀਆਂ ਨੇ ਕਿ ਆਹ ਤਾਂ ਨਜ਼ਾਰਿਆਂ ਬਾਰੇ ਕਦੀ ਸੋਚਿਆ ਨਹੀਂ ਸੀ, ਇਸ ਆਨੰਦ ਦੇ ਬਾਰੇ ਤਾਂ ਕਦੀ ਸੋਚਿਆ ਨਹੀਂ ਸੀ। ਤੇ ਅੰਦਰੋਂ ਬਦੋ ਬਦੀ ਅਰਦਾਸ ਨਿਕਲਦੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰੂ ਸੰਗ ਕੀਰੇ ਹਮ ਥਾਪੇ। ਸਾਨੂੰ ਕੀਰਿਆਂ ਨੂੰ ਸਤਿਗੁਰ ਨੇ ਬਖਸ਼ਿਸ਼ ਕਰਕੇ, ਰਹਿਮਤਾਂ ਕਰਕੇ ਉਸ ਜੋਤ ਦੀ ਕਿਰਨ ਬਣਾਤਾ, ਉਹ ਬ੍ਰਹਿਮੰਡੀ ਜੋਤ ਦੀ ਕਿਰਨ ਜਿਹਦੇ ਨਾਲ ਸਾਰਾ ਬ੍ਰਹਿਮੰਡ ਜੁੜਿਆ ਹੋਇਆ ਹੈ। ਤੁਸੀਂ ਉਸ ਜੋਤ ਦਾ ਹਿੱਸਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗਦੇ ਹੋ। ਇਹ ਚੈਪਟਰ ਦੇ ਵਿੱਚ ਇਹ ਗੱਲ ਸਾਰੀ ਜੋਤ ਦੀ ਕਰਦਿਆਂ ਹੀ ਇੱਕ ਬਾਹਰੀ, ਕਿਉਂਕਿ ਅੰਦਰਲੀ ਗੱਲ ਸੂਖਸ਼ਮ ਗੱਲ ਸਮਝਣੀ ਥੋੜੀ ਔਖੀ ਹੁੰਦੀ ਹਰ ਆਦਮੀ ਲਈ, ਇਸ ਗੱਲ ਨੂੰ ਬਾਹਰੀ ਤੌਰ ਤੇ ਸਮਝਾਉਣ ਦੇ ਲਈ ਇੱਕ ਹਵਾਲਾ ਵੀ ਦਿੰਦੇ ਨੇ ਰਘਵੀਰ ਸਿੰਘ ਵੀਰ ਜੀ। ਉਹ ਕਹਿੰਦੇ ਇੱਕ ਵਾਰ ਦੀਵਾਨ ਲੱਗਾ ਹੋਇਆ ਸੀ, ਬੜਾ ਭਾਰੀ ਦੀਵਾਨ ਲੱਗਾ ਹੋਇਆ ਸੀ, ਔਰ ਸੰਤ ਬਾਬਾ ਅਤਰ ਸਿੰਘ ਜੀ ਉਸ ਦੀਵਾਨ ਦੇ ਸਟੇਜ ਦੇ ਉੱਤੇ, ਮੰਚ ਦੇ ਉੱਤੇ ਹਾਜ਼ਰ ਸਨ। ਜਦੋਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਕੀਰਤਨ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਆਪ ਕੀਰਤਨ ਤੇ ਬੈਠ ਗਏ। ਜਦੋਂ ਕੀਰਤਨ ਤੇ ਬੈਠ ਗਏ, ਜਿੱਦਾਂ ਉਹ ਧਾਰਨਾ ਬਣ ਕੇ ਕੀਰਤਨ ਕਰਿਆ ਕਰਦੇ ਸਨ, ਉਹਨਾਂ ਨੇ ਕੀਰਤਨ ਆਰੰਭ ਕੀਤਾ। ਔਰ ਸੰਤ ਬਾਬਾ ਅਤਰ ਸਿੰਘ ਜੀ ਧਾਰਨਾ 'ਚ ਕੀਰਤਨ ਕਰਿਆ ਕਰਦੇ ਸਨ। ਇੱਕ ਵਾਰੀ ਆਪ ਬੋਲਦੇ ਸਨ, ਦੂਜੇ ਵਾਰੀ ਬੀਬੀਆਂ ਵਾਲੇ ਪਾਸੋਂ ਕੋਈ ਬੋਲਦਾ ਸੀ, ਤੀਜੀ ਵਾਰੀ ਬੰਦਿਆਂ ਵਾਲੇ ਪਾਸੋਂ ਬੋਲਦਾ ਸੀ, ਫਿਰ ਸੰਤ ਜੀ ਇੱਕ ਪੰਕਤੀ ਬੋਲਦੇ ਸਨ, ਫਿਰ ਬਾਅਦ 'ਚ ਅੱਧੀ ਪੰਕਤੀ ਬੀਬੀਆਂ ਨੇ ਬੋਲਣੀ, ਅੱਧੀ ਪੰਕਤੀ ਬੰਦਿਆਂ ਨੇ ਬੋਲਣੀ, ਫਿਰ ਇੱਦਾਂ ਸੰਗਤ ਮਾਈ ਭਾਈ ਇਕੱਠੇ ਹੋ ਕੇ, ਮਾਈਆਂ ਇੱਕ ਪਾਸੇ ਭਾਈ ਇੱਕ ਪਾਸੇ, ਔਰ ਇੱਦਾਂ ਸ਼ਬਦ ਦਾ ਜਾਪ ਉਹ ਕਰਾਇਆ ਕਰਦੇ ਸਨ ਸੰਤ ਬਾਬਾ ਅਤਰ ਸਿੰਘ ਜੀ। ਧਾਰਨਾ ਦੇ ਸ਼ਬਦ ਦਾ ਜਾਪ ਤਾਂ ਕਿ ਸੰਗਤ ਜੁੜੀ ਰਹਿ ਸਕੇ, ਜਿੱਦਾਂ ਜਿੱਦਾਂ ਉਹ ਜਾਪ ਕਰਦੇ ਨੇ ਉੱਦਾਂ ਸੰਗਤ ਜਾਪ ਕਰ ਸਕੇ। ਤੇ ਉਹਨਾਂ ਨੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਬੈਠੇ ਆ ਕੇ, ਉਹਨਾਂ ਨੇ ਆ ਕੇ ਜਦੋਂ ਜਾਪ ਕੀਰਤਨ ਸ਼ੁਰੂ ਕੀਤਾ, ਤੇ ਰਘਵੀਰ ਸਿੰਘ ਵੀਰ ਜੀ ਕਹਿੰਦੇ ਨੇ ਛੋਟੀ ਦਸਤਾਰ ਸਜਾਈ ਹੋਈ ਸੀ, ਗੋਲ
ਔਰ ਅੱਧ ਖੁੱਲੇ ਨੇਤਰ, ਅੱਧੀਆਂ ਮੀਚੀਆਂ ਹੋਈਆਂ ਅੱਖਾਂ ਤੇ ਅੱਧੀਆਂ ਖੁੱਲੀਆਂ ਹੋਈਆਂ ਅੱਖਾਂ, ਜਿੱਦਾਂ ਕਿਤੇ ਇਹ ਸੁਖ ਨਿੰਦਰੇ ਵਾਲੀ ਅਵਸਥਾ ਹੁੰਦੀ ਹੈ। ਉਸ ਅਵਸਥਾ ਦੇ ਵਿੱਚ ਬਹੁਤ ਸਾਦਗੀ ਦੇ ਵਿੱਚ ਛੋਟੀ ਕਿਰਪਾਨ ਉੱਤੋਂ ਦੀ ਪਾਈ, ਉੱਤੇ ਉਹਨਾਂ ਨੇ ਲੋਈ ਲਈ ਹੋਈ ਸੀਗੀ, ਔਰ ਛੋਟੀ ਦਸਤਾਰ ਤੇ ਛੋਟੀ ਕਿਰਪਾਨ ਤੇ ਉੱਤੋਂ ਦੀ ਲੋਈ, ਤੇ ਉਹਨਾਂ ਨੇ ਆ ਕੇ ਜਾਪ ਕਰਨਾ ਸ਼ੁਰੂ ਕੀਤਾ। ਆਰੰਭ ਇੱਥੋਂ ਕੀਤਾ, ਜਗਦੀ ਜੋਤ ਨੂੰ ਜਪੋ ਖਾਲਸਾ ਜੀ। ਆ ਪੰਕਤੀ ਜਦੋਂ ਉਹਨਾਂ ਨੇ ਆਪਣੀ ਇੱਕ ਤਰ੍ਹਾਂ ਦੀ ਲਟਕੰਦੜੀ, ਇਹੀ ਸ਼ਬਦ ਵਰਤਿਆ ਰਘਵੀਰ ਸਿੰਘ ਜੀ ਨੇ, ਲਟਕੰਦੜੀ ਆਵਾਜ਼ ਦੇ ਵਿੱਚ ਜਦੋਂ ਇਹ ਗੱਲ ਕਹੀ, ਤਾਂ ਇਹ ਸ਼ਬਦ ਜਦੋਂ ਪੜਿਆ, ਜਗਦੀ ਜੋਤ ਨੂੰ ਜਪੋ ਖਾਲਸਾ ਜੀ, ਸ਼ਬਦ ਆਰੰਭ ਕਰਨ ਤੋਂ ਪਹਿਲਾਂ, ਤੇ ਅੱਧੀ ਪੰਕਤੀ ਬੀਬੀਆਂ ਨੇ ਜਗਦੀ ਜੋਤ ਨੂੰ ਜਪੋ ਖਾਲਸਾ ਜੀ, ਤੇ ਅੱਧੀ ਪੰਕਤੀ ਬਾਅਦ ਚ ਭਾਈਆਂ ਵਾਲੇ ਬੰਨੇ, ਮਾਈਆਂ ਵਾਲੇ ਬੰਨੇ, ਤੇ ਇੱਕ ਧਾਰਨਾ ਜਦੋਂ ਬਣ ਗਈ ਤਾਂ ਫਿਰ ਉਹਨਾਂ ਨੇ ਪੂਰੇ ਸ਼ਬਦ ਦਾ ਜਾਪ ਕਰਾਇਆ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੌੜ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ न एक पछानै, पूरन जोत जगे घट मैं, तब खालस ताहे निखालस जाने। पूरन जोत जगे घट मैं, उन्होंने पूरन जोत जगे घट मैं का जाप कराना शुरू कर दिता। तो रघवीर सिंह वीर जी कहते हैं, वो संगत के उदों बैठे सन, तो जो इन्होंने जाप कराया तो उन्होंने ध्यान संत बाबा अतर सिंह जी के मखार बंदले गया जाप कराने, उन्होंने लगा कि जोत जग रही है। तो फिर जो संगतां वाले देखते हैं जिधर जाप हो रहा उधर भी जोत जग रही है, जो बीबियां वाले देखते हैं उधर भी माइयां वाले भी जोत जग रही है, भाइयों वाले भी जोत जग रही है, तो संत जी वाले देखते हैं उत्थे भी जोत जग रही है। तो जगदी हुई जोत जो कर रहे हैं, जागत जोत पूर्ण जोत जगे घट में, तब खालस ताहे निखालस जाने। तो लगते उन्होंने लगा भी सारे बने जोत जग रही है, तो सारे उस जोत का हिस्सा ने, ये सारे उस जोत दी किरणा ने, क्योंकि अंदरली अवस्था अपनी ओहो जी सी। पूर्ण जोत जगे घट में, तब खालस ताहे निखालस जाने, इस शब्द का जाप। जागत जोत च पैने सबासर, जो शब्द जाप का आता देखते हैं, संतां वाले देखते, महापुरुषों देखते हैं, उत्थे जोत जग रही है, और माइयां वाले जोत जग रही है, भाइयों वाले जो जाप कर रही है, तो सारी जोत मिल के एक जोत बन जाती है, एक वड्डी जोत जगती। तो इदा लगता है कि सारियां करना ने उहदियां, तो जो अखा मीटते हैं अपने अंदर भी वो जोत जगती प्रतीत होती है, अपने अंदर भी वो जोत जगती प्रतीत होती है। अवस्था हो जी बन चुकी सी, आप अंदरली जोत की किरण अपने आप को महसूस करते हैं, जो बाहर देखते हैं बाहर भी वो वड्डी जोत जग रही है, अपनी जोत को उस जोत की किरण महसूस करते हैं। तो यही ब्रह्मंडी जोत, और ये जिहड़ी अवस्था उत्थे उन्होंने हंडाई, वो कहते भी उत्थे वो शब्द सुनदिया होया, संगत च बैठिया होया, सत संगत च जाप करदिया होया, संत बाबा अतर सिंह दे नाल रल के जाप करदिया होया, संगत दे नाल रल के जाप करदिया होया, माइयां ते भाइयां दे नाल रल के जाप करदिया होया, जिहड़ी जोत दा झलकारा उदों अंदरों पहला मिठा मिठा दिसदा सी, निम्मा दिसदा सी, वो जोत दा झलकारा एक वारी पूरा उत्थे वज्जिया, ते फिर वो हिस्सा बन गया रघवीर सिंह वीर जी की जिंदगी का भी, उन्हों के सिमरन का भी, उन्हों की साधना का भी, उन्हों की तपस्या का भी। तो जदों वो हिस्सा बन गया ना, तो फिर कहते जो इस अवस्था मनुख पहुँच जाता है ना, चैप्टर में समअप कर लगे कहते हैं भाई रघवीर सिंह वीर जी, जो इस अवस्था बंदा पहुँच जाता, बंदा जो समझ लेंदा कि मैं जोत का हिस्सा हाँ, मैं एक किरण है जोत ये किरण बन के बाहर निकली हाँ, तो इसे किरण ने एक दिन इसे जोत दे विच मिल जाना है। तो जदों मनुख नूं पता लग जाए कि मैं जोत किरण, इस जोत की किरण आ, इहदे विच एक दिन मिल जाना है, तो फिर उन्होंने मौत का डर लगना हट जाता है। तो फिर उस अवस्था जाके बाबा कबीर जी के शब्द की समझ आती है, जिहड़ा शब्द बाबा कबीर जी, भगत कबीर जी आखते ने कि कबीर जिस मरने ते जग डरे, मेरे मन आनंद, मरने ही ते पाइए पूर्ण परमानंद। कि मौत जिहड़ी है वो मौत नहीं रहिंदी, वो परमानंद बन जाता है कि इस किरण ने पूरी तरह जोत दे विच मिल जाना है। तो जो ये अवस्था आ जाती है ना, तो उदों फिर मनुख कदी जिउंदे जी कदी कदी अपनी किरण उस जोत दे विच मेल दिंदा, देखण लई कि मौत तो बाद किहो जिहा नज़ारा होना है, तो कदी अपनी किरण उस जोत तो वख कर लैंदा है, ये उहदे अपने वस हो जाता है। तो जदों उहदा जी करदा है फिर अपने
परमात्मा के भाने के अंदर जो जी करता है अपनी करम सदा ਲਈ जोत ਦੇ ਵਿੱਚ ਮਿਲਾ ਦਿੰਦਾ ਹੈ। रघवीर सिंह वीर जी की किताब बंदगी नामा का एक चैप्टर से जोड़ा मैं आप सब के सन्मुख किया है, पूर्ण जोत जगे घट में। आप एक किताब भी पढ़ियो और उस किताब को पढ़द्या होया आप ध्यान च टिकन की कोशिश भी करो। जिदा जिदा उन्होंने दसिया सिमरन दी अवस्था उदा उदा लंघ के अपने आप को हलारा देने की कोशिश करो। ये गल कहन का, ये गल अपना दोहराउन का, आप नाल सांझी करने का मकसद ये है कि साडे अंदर भी सिमरन की चिन्ह जग जाए। आओ जी एक बार फतेह सांझी करते हैं। वाहिगुरू जी का खालसा, वाहिगुरू जी की